ਮਾਂ ਜਿਹਨੇ ਜਨਮ ਦਿੱਤਾ, ਜਿਹਨੇ ਪਾਲਿਆ, ਉਹਨਾਂ ਦੀ ਇਮੇਜ ਬਣਦੀ ਆ ਅੱਖਾਂ ਮੂਹਰੇ। ਅਤੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਮਾਂ ਦੀ ਬੜੀ ਅਹਿਮੀਅਤ ਹੁੰਦੀ ਹੈ ਨਾ। ਸੋ ਉੱਦਾਂ ਹੀ ਤੁਹਾਡੀ ਜ਼ਿੰਦਗੀ ਵਿੱਚ ਹੀ ਹੋਊਗੀ, ਮੇਰੀ ਜ਼ਿੰਦਗੀ 'ਚ ਮੇਰੀ ਮਾਂ ਦੀ ਬਹੁਤ ਅਹਿਮੀਅਤ ਹੈ। ਖਾਸ ਕਰਕੇ ਮੇਰੇ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ ਜਿੰਨਾ ਔਖਾ ਟਾਈਮ ਸਾਡੀ ਫੈਮਿਲੀ ਨੇ ਦੇਖਿਆ, ਅਤੇ ਉਹਦੇ ਵਿੱਚ ਮਾਂ ਨੇ ਜਿੰਨਾ ਮਤਲਬ ਜਿੱਦਾਂ ਅੱਜ ਟ੍ਰੇਲਰ ਦੇ ਵਿੱਚ ਵੀ ਦੇਖ ਰਹੇ ਸੀ, ਰੁਸ਼ੀ ਵੀ ਹੁਣੀ ਪਹਿਲਾਂ ਗੱਲ ਕਰ ਰਹੇ ਸੀ ਇੰਟਰਵਿਊ 'ਚ, ਕਿ ਉਹ ਦੇਖ ਕੇ ਤੁਸੀਂ ਰਿਲੇਟ ਕਰਦੇ ਹੋ, ਹੈ ਨਾ। ਸੋ ਉਹੀ ਚੀਜ਼ ਹੈ ਕਿ ਜਿਹੜੀ ਆਡੀਅנס ਨੂੰ ਮੈਨੂੰ ਲੱਗਦਾ ਕਿ ਬਹੁਤ ਕਨੈਕਟ ਕਰੂਗੀ, ਇੰਗੇਜ ਕਰੂਗੀ। ਹਰ ਇੱਕ ਨੂੰ ਆਪਣੀ ਮਾਂ ਨਜ਼ਰ ਆਊਗੀ ਦਿਵਿਆ ਜੀ ਦੇ ਵਿੱਚੋਂ, ਇਸ ਫਿਲਮ ਦੇ ਵਿੱਚੋਂ। मेरी माँ, मेरे फादर और एक मदर का, दोनों का जिम्मेदारी निभा रही हैं, और सब कुछ एज अ फादर जो मेरे डैड मेरे लिए कर रहे थे और मेरी बहन के लिए कर रहे थे, वो मेरी माँ भी कर रही है, और बहुत स्ट्रॉन्गली सब कुछ कर रही है, पूरी दुनिया को फेस कर रही हैं, एंड हम पूरा उनका साथ दे रहे हैं उसमें। ਰਾਣਾ ਰਣਬੀਰ ਜੀ ਨੇ ਫਿਲਮ ਨੂੰ ਲਿਖਿਆ ਹੋਇਆ ਹੈ, ਔਰ ਉਹਨਾਂ ਦੇ ਜੇ ਅਸੀਂ ਰਾਈਟਿੰਗ ਜੋ ਉਹ ਲਿਖਦੇ ਨੇ ਉਹ ਬਾ ਕਮਾਲ ਹੁੰਦਾ ਹੈ ਨਾ। ਅਸੀਂ ਕਈ ਵਾਰ ਨਹੀਂ ਉਹ ਇਮੋਸ਼ਨ ਛੋਟਾ ਛੋਟਾ ਸੋਚ ਸਕਦੇ ਜੋ ਆਪਣੀ ਕਹਾਣੀਆਂ ਵਿੱਚ ਭਰ ਦਿੰਦੇ ਨੇ। ਸੋ ਜਦੋਂ ਇਹ ਕਹਾਣੀ ਤੁਸੀਂ ਸੁਣੀ ਸੀ, ਉਦੋਂ ਉਹਨਾਂ ਦੀ ਇਹ ਪੂਰੀ ਕਹਾਣੀ ਨੂੰ ਸੁਣ ਕੇ ਕਿਹੜੇ ਇਮੋਸ਼ਨਸ ਬਾਹਰ ਨਿਕਲੇ ਸੀ? ਜਾਂ ਫਿਰ ਮੈਂ ਦੇਖਿਆ, ਮੈਂ ਕਿਹਾ ਵੀ ਨਹੀਂ, ਇਹ ਰਿਸ਼ਤਾ ਹੀ ਇੱਦਾਂ ਦਾ ਵਾ ਕਿ ਇਹ ਤੋਂ ਜ਼ਿਆਦਾ ਹੋਰ ਹੱਕ ਹੀ ਕਿਤੇ ਨਹੀਂ ਗਾ। ਪਤਾ ਹੈ ਕਿ ਹਾਂ, ਕਿ ਤੁਸੀਂ ਕੁਝ ਵੀ ਕਹਿ ਲਓ, ਕੁਝ ਵੀ ਕਰ ਲਓ, ਕਿ ਮਾਂ ਨੇ ਤਾਂ ਤੁਹਾਨੂੰ ਕਦੇ ਛੱਡ ਕੇ ਨਹੀਂ ਜਾ ਸਕਦੇ। ਮਾਂ ਵਰਗਾ ਮੀਤ ਨਹੀਂ ਕੋਈ, ਮਾਂ ਵਰਗੀ ਅਸੀਸ ਨਹੀਂ ਕੋਈ। ਔਰ ਬਿਲਕੁਲ ਇਹ ਗੱਲ ਸੱਚ ਹੈ, ਕਿਉਂਕਿ ਕਹਿੰਦੇ ਹੈ ਕਿ ਮਾਂ ਹੀ ਇੱਕ ਅਜਿਹੀ ਇਸ ਪੂਰੀ ਦੁਨੀਆ 'ਚ ਔਰਤ ਹੈ, ਜਾਂ ਕਹਿ ਸਕਦੇ ਹਾਂ ਇਨਸਾਨ ਹੈ, ਜੋ ਤੁਹਾਨੂੰ 9 ਮਹੀਨੇ ਬਾਅਦ ਜਾਣਦੇ ਹੈ। ਉਹਨਾਂ ਦਾ ਰਿਸ਼ਤਾ 9 ਮਹੀਨੇ ਵੱਧ ਬਾਕੀ ਰਿਸ਼ਤਿਆਂ ਨਾਲ ਤੁਹਾਡੇ ਨਾਲ ਹੁੰਦਾ ਹੈ। ਸੋ ਮਾਂ 'ਤੇ ਹੀ, ਜਾਂ ਕਹਿ ਲਵਾਂ ਕਿ ਮਾਂ ਫਿਲਮ ਆ ਰਹੀ ਹੈ 6 ਮਈ ਨੂੰ। ਬਹੁਤ ਪਿਆਰੀ ਫਿਲਮ ਹੈ, ਟ੍ਰੇਲਰ ਰਿਲੀਜ਼ ਹੋਇਆ ਅੱਜ ਹੀ, ਬਹੁਤ ਹੀ ਪਿਆਰਾ ਟ੍ਰੇਲਰ ਹੈ। ਔਰ ਫਿਲਮ ਦੇ ਵਿੱਚ ਜੋ ਕਰੈਕਟਰਸ ਜਿਨ੍ਹਾਂ ਨੇ ਪਲੇ ਕੀਤੇ ਸਾਡੇ ਨਾਲ ਮੌਜੂਦ ਨੇ, ਬੱਬਲ ਰਾਏ ਜੀ ਔਰ ਆਯੂਸ਼ੀ ਸ਼ਰਮਾ ਜੀ। ਉਹਨਾਂ ਨਾਲ ਗੱਲਬਾਤ ਕਰਦੇ। ਬੱਬਲ, ਤੁਹਾਡਾ ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ। ਸਾਰੇ ਵਿਊਅਰਸ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। थैंक यू, सत श्री अकाल। ਐਂਡ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ। थैंक यू। ਠੀਕ ਹੈ ਜੀ। ਹਾਂਜੀ, ਨਹੀਂ ਲੱਗ ਰਿਹਾ ਸੋਹਣੇ, ਤਾਂ ਹੀ ਤਾਂ ਫਿਲਮਾਂ 'ਚ ਕੰਮ ਕਰਦੇ ਜੀ। ਓਕੇ। ਸੋ ਮਾਂ, ਜਿੱਦਾਂ ਫਿਲਮ ਮੈਂ ਕਿਹਾ ਕਿ 6 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਬਹੁਤ ਪਿਆਰੀ। ਸਭ ਤੋਂ ਪਹਿਲੇ ਜੋ ਟ੍ਰੇਲਰ ਰਿਲੀਜ਼ ਹੋਇਆ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਦੋਨਾਂ ਨੂੰ। ਔਰ ਬਹੁਤ ਪਿਆਰਾ ਟ੍ਰੇਲਰ ਹੈ। ਤੁਹਾਡੇ ਕਰੈਕਟਰ ਦਾ ਨਾਮ ਜਿਵੇਂ ਕਿ ਤਕਦੀਰ ਹੈ ਨਾ? ਤਕਦੀਰ, ਹਾਂਜੀ। ਤਕਦੀਰ ਦਾ ਕਿਰਦਾਰ ਮੈਂ ਕੀਤਾ ਜੀ। ਸੋ ਜਿਹੜਾ ਕਾਲਜ ਗੋਇੰਗ ਮੁੰਡਾ ਹੈ ਅਤੇ ਐਥਲੀਟ ਹੈ। ਹਾਂਜੀ, ਜੀ ਜੀ ਜੀ। ਸੋ ਬੜਾ ਚੈਲੰਜਿੰਗ ਸੀਗਾ ਮੇਰੇ ਲਈ, ਫਿਜ਼ੀਕਲੀ ਵੀ, ਮੈਂਟਲੀ ਵੀ, ਕਿਉਂਕਿ ਬੜੀ ਸੈਂਸਿਟਿਵ ਅਤੇ ਬੜੀ ਇਮੋਸ਼ਨਲ ਫਿਲਮ ਆ, ਹੈ ਨਾ। ਅਤੇ ਇੰਨੀ ਵੱਡੀ ਸਟਾਰ ਕਾਸਟ ਨਾਲ, ਇੰਨੀ ਵੱਡੀ ਟੀਮ ਨਾਲ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ। ਸੋ ਬੜਾ ਪ੍ਰੈਸ਼ਰ ਵੀ ਸੀਗਾ, ਪਰ ਬਹੁਤ ਖੁਸ਼ੀ ਹੁੰਦੀ ਜਦੋਂ ਸਾਰੀ ਟੀਮ ਨੇ ਜਾਂ ਸਾਰੇ ਸੀਨੀਅਰਸ ਨੇ, ਗਿੱਪੀ ਵੀਰੇ ਹੋਣਾ ਨੇ, ਕੁੱਗੀ ਭਾਜੀ ਹੋਣਾ ਨੇ ਬੜਾ ਪਿਆਰ ਦਿੱਤਾ ਕਿ ਕੰਮ ਬਹੁਤ ਵਧੀਆ ਕੀਤਾ। ਸੋ ਟ੍ਰੇਲਰ ਦਾ ਵੀ ਅੱਜ ਸਵੇਰ ਦਾ ਰਿਲੀਜ਼ ਹੋਇਆ, ਤਾਂ ਸਾਰੇ ਮੈਸੇਜਸ, ਕਾਲਸ ਆ ਰਹੀਆਂ ਦੋਸਤਾਂ ਦੀਆਂ। ਸੋ ਵਧੀਆ ਲੱਗ ਰਿਹਾ ਕਿ ਮਿਹਨਤ ਰਾਸ ਆ ਰਹੀ ਹੈ। ਅਤੇ ਬਾਕੀ ਸਾਨੂੰ ਉਮੀਦ ਹੈ ਕਿ ਜਿੱਦਾਂ ਟ੍ਰੇਲਰ ਨੂੰ ਸਾਰੇ ਇੰਨਾ ਪਸੰਦ ਕਰ ਰਹੇ, ਕਿ ਫਿਲਮ ਵੀ ਜ਼ਰੂਰ ਵਧੀਆ ਲੱਗੂਗੀ ਲੋਕਾਂ ਨੂੰ। ਆਯੂਸ਼ੀ, ਤੁਸੀਂ ਸਰਗੀ ਦਾ ਕਰੈਕਟਰ ਪਲੇ ਕਰ ਰਹੇ ਹੋ ਫਿਲਮ ਦੇ ਵਿੱਚ, ਔਰ ਜੋ ਐਥਲੀਟ ਹੈ ਇਹਨਾਂ ਦੇ ਨਾਲ ਜੋ ਹੈ ਨਾ। ਸੋ ਥੋੜਾ ਜਿਹਾ ਹੋਰ ਜਾਨਣਾ ਚਾਹਾਂਗੇ। सरगी, जैसे कि आपने बताया, मेरे कैरेक्टर का नाम है, और कॉलेज जाती है उनके साथ, उनकी गर्लफ्रेंड है तकदीर की। और मतलब देयर इज़ अ ब्यूटीफुल रिलेशन जो दिखाया है तकदीर का उसकी फैमिली के साथ और उसकी गर्लफ्रेंड के साथ। एंड आई डोंट नो हाउ इम्पॉर्टेंट पार्ट इट इज़ इन द फिल्म, पर इट्स क्वाइट इम्पॉर्टेंट आई फील। ਔਰ ਇੱਕ ਮੈਂ ਟ੍ਰੇਲਰ ਵਿੱਚ ਵੇਖਿਆ, ਬਹੁਤ ਜ਼ੋਰ ਦੀ ਤੁਸੀਂ ਥੱਪੜ ਜੜ ਰਹੇ ਹੋ। ਉਹ बहुत आया था मुझे। ਦੇਖਿਆ, ਇੰਜੋਏ ਕੀਤਾ ਪੂਰਾ ਇਹਨਾਂ ਨੇ। ਬਸ ਉਹ ਥੱਪੜ ਤੋਂ ਹਿਸਾਬ ਲਾ ਲਓ ਕਿ ਸਰਗੀ ਦਾ ਕਿਰਦਾਰ ਕਿੱਦਾਂ ਦਾ। ਹਾਂ, ਮਤਲਬ ਕਿ ਬਹੁਤ ਡੋਮੀਨੇਟਿੰਗ ਆ, ਜਿਵੇਂ ਹੁੰਦੀਆਂ ਨਹੀਂ ਕਿ ਪਲੇਅਰ ਕੁੜੀਆਂ। ਹਾਂ, ਵੀ ਮਤਲਬ ਥੋੜ੍ਹਾ ਜਿਹਾ ਨਾ ਖੜਕਾ ਕੇ ਕੰਮ ਨੂੰ, ਉੱਦਾਂ ਦੀ ਆ। ਉਹ ਵਾਲੀ ਹੈ ਨਾ। ਅੱਛਾ, ਮਾਂ ਟਾਈਟਲ ਹੈ, ਔਰ ਮਾਂ ਸਿਰਫ ਸ਼ਬਦ ਨਹੀਂ ਹੈ, ਮਾਂ ਇੱਕ ਯੂਨੀਵਰਸ ਹੈ ਪੂਰਾ, ਹੈ ਨਾ। ਮਾਂ ਹੀ ਸਭ ਕੁਝ ਹੈ। ਬੱਚਾ ਜਦੋਂ ਬੋਲਦਾ ਤਾਂ ਮਾਂ ਹੀ ਪਹਿਲਾਂ ਬੋਲਦਾ ਹੈ ਨਾ, ਬਿਨਾਂ ਸਿਖਾਏ। ਸੋ ਜਦੋਂ ਤੁਸੀਂ ਮਾਂ ਸ਼ਬਦ ਸੁਣਦੇ ਹੋ ਜਾਂ ਮਾਂ ਸੁਣਦੇ ਹੋ, ਤਾਂ ਸਭ ਤੋਂ ਪਹਿਲੇ ਕਿਹੜੀ ਇਮੇਜ ਬਣਦੀ ਹੈ? ਨਹੀਂ, ਓਬਵੀਅਸਲੀ ਜੀ, ਮਾਂ ਜਿਹਨੇ ਜਨਮ ਦਿੱਤਾ, ਜਿਹਨੇ ਪਾਲਿਆ, ਉਹਨਾਂ ਦੀ ਇਮੇਜ ਬਣਦੀ ਆ ਅੱਖਾਂ ਮੂਹਰੇ। ਅਤੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਮਾਂ ਦੀ ਬੜੀ ਅਹਿਮੀਅਤ ਹੁੰਦੀ ਹੈ ਨਾ। ਸੋ ਉੱਦਾਂ ਹੀ ਤੁਹਾਡੀ ਜ਼ਿੰਦਗੀ ਵਿੱਚ ਹੀ ਹੋਊਗੀ, ਮੇਰੀ ਜ਼ਿੰਦਗੀ 'ਚ ਮੇਰੀ ਮਾਂ ਦੀ ਬਹੁਤ ਅਹਿਮੀਅਤ ਹੈ। ਖਾਸ ਕਰਕੇ ਮੇਰੇ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ ਜਿੰਨਾ ਔਖਾ ਟਾਈਮ ਸਾਡੀ ਫੈਮਿਲੀ ਨੇ ਦੇਖਿਆ, ਅਤੇ ਉਹਦੇ ਵਿੱਚ ਮਾਂ ਨੇ ਜਿੰਨਾ ਮਤਲਬ ਜਿੱਦਾਂ ਅੱਜ ਟ੍ਰੇਲਰ ਦੇ ਵਿੱਚ ਵੀ ਦੇਖ ਰਹੇ ਸੀ, ਰੁਸ਼ੀ ਵੀ ਹੁਣੀ ਪਹਿਲਾਂ ਗੱਲ ਕਰ ਰਹੇ ਸੀ ਇੰਟਰਵਿਊ 'ਚ, ਕਿ ਉਹ ਦੇਖ ਕੇ ਤੁਸੀਂ ਰਿਲੇਟ ਕਰਦੇ ਹੋ,
ਹੈ ਨਾ। ਸੋ ਉਹੀ ਚੀਜ਼ ਹੈ ਕਿ ਜਿਹੜੀ ਆਡੀਅנס ਨੂੰ ਮੈਨੂੰ ਲੱਗਦਾ ਕਿ ਬਹੁਤ ਕਨੈਕਟ ਕਰੂਗੀ, ਇੰਗੇਜ ਕਰੂਗੀ, ਹਰ ਇੱਕ ਨੂੰ ਆਪਣੀ ਮਾਂ ਨਜ਼ਰ ਆਊਗੀ ਦਿਵਿਆ ਜੀ ਦੇ ਵਿੱਚੋਂ, ਇਸ ਫਿਲਮ ਦੇ ਵਿੱਚੋਂ। ਤੇ ਸਾਨੂੰ ਲੱਗਦਾ ਕਿ ਪੇਰੈਂਟਸ ਆਪਣੇ ਬੱਚਿਆਂ ਦੇ ਤੇ ਬੱਚੇ ਆਪਣੇ ਪੇਰੈਂਟਸ ਦੇ ਹੋਰ ਨਜ਼ਦੀਕ ਆਉਣਗੇ ਫਿਲਮ ਦੇਖ ਕੇ। ਸੋ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗਾ ਕਿ 8 ਮਈ ਨੂੰ ਮਦਰਸ ਡੇ ਆ ਤੇ 6 ਮਈ ਨੂੰ ਸਾਡੀ ਫਿਲਮ ਆਉਣੀ ਆ, ਉਹ ਸੇਮ ਵੀਕਐਂਡ ਤੇ। ਸੋ ਤੁਸੀਂ ਆਪਣੇ ਘਰਦਿਆਂ ਨੂੰ ਨਾਲ ਲਿਜਾ ਕੇ ਜ਼ਰੂਰ ਇਹ ਫਿਲਮ ਦੇਖ ਕੇ ਆਇਓ। ਕੰਪਲੀਟ ਫੈਮਿਲੀ ਫਿਲਮ ਆ, ਤੁਸੀਂ ਸਾਰੇ ਇੰਜੋਏ ਕਰੋਗੇ ਤੇ ਹੋਰ ਨੇੜੇ ਇੱਕ ਦੂਜੇ ਦੇ ਹੋ ਕੇ ਮੁੜੋਗੇ ਘਰ ਨੂੰ। ਅੱਛਾ, ਇਹ ਗਿਫਟ ਹੈ ਮਤਲਬ ਫਿਰ, ਹੈ ਨਾ, ਤੁਹਾਡੇ ਸਭ ਵੱਲੋਂ ਇਹ ਹੰਬਲ ਮੋਸ਼ਨ ਪਿਕਚਰਸ ਵੱਲੋਂ ਤੇ ਸਾਡੀ ਸਾਰੀ ਟੀਮ ਵੱਲੋਂ ਦੁਨੀਆ ਭਰ ਦੀਆਂ ਮਾਵਾਂ ਨੂੰ ਇੱਕ ਗਿਫਟ ਹੈ ਜੀ। ਜੀ ਆਯੁਸ਼ੀ, ਜਿਵੇਂ ਬੱਬਲ ਦੱਸ ਰਹੇ ਨੇ ਹੈ ਨਾ ਕਿ ਉਹਨਾਂ ਦੇ ਫਾਦਰ ਸਾਹਿਬ ਜਦੋਂ ਨਹੀਂ ਰਹੇ ਸੀ, ਉਸ ਤੋਂ ਬਾਅਦ ਉਹਨਾਂ ਦੇ ਮਦਰ ਨੇ ਸਭ ਕੁਝ ਹੀ ਸਾਂਭਿਆ ਓਬਵੀਅਸਲੀ, ਹੈ ਨਾ। ਮਦਰ ਇੱਕ ਹੈਡ ਆਫ ਦਾ ਫੈਮਿਲੀ ਹੁੰਦੇ ਹੈ ਨਾ। ਜਦੋਂ ਤੁਹਾਡੇ ਫਾਦਰ ਸਾਹਿਬ ਆਪਾਂ ਪਿਛਲੇ ਇੰਟਰਵਿਊ 'ਚ ਗੱਲ ਕੀਤੀ ਸੀ ਕਿ ਕੋਵਿਡ ਦੇ ਦੌਰਾਨ ਹੈ ਨਾ ਉਹ ਨਹੀਂ ਰਹੇ ਇਸ ਦੁਨੀਆ ਵਿੱਚ, ਤੁਹਾਡੇ ਮਦਰ ਨੇ ਸਭ ਕੁਝ ਕਿਵੇਂ ਸਾਂਭਿਆ? ये मूवी भी आपको ये चीज़ दिखाएगी कि माँ कितनी पावरफुल होती है। कि जो मेरे फादर थे तो एवरीथिंग वाज डिपेंडेंट ऑन माय फादर। मेरी मम्मी भी मेरे डैड पे डिपेंडेंट थी, बट अब जब डैड नहीं है तो मेरी माँ, मेरे फादर और एक मदर का, दोनों का जिम्मेदारी निभा रही हैं। और सब कुछ एज अ फादर जो मेरे डैड मेरे लिए कर रहे थे और मेरी बहन के लिए कर रहे थे, वो मेरी माँ भी कर रही है अब। और बहुत स्ट्रांगली सब कुछ कर रही है, पूरी दुनिया को फेस कर रही हैं। एंड हम पूरा उनका साथ दे रहे हैं उसमें, स्ट्रांगली उनके साथ खड़े हैं। बट आई फील दैट मदर्स आर द मोस्ट पावरफुल पीपल इन द वर्ल्ड, ऑल द मदर्स। ਬੱਬਲ, ਜਦੋਂ ਤੁਹਾਡੇ ਫਾਦਰ ਸਾਹਿਬ ਨੇ, ਇਹ ਜਿਹੜਾ ਕਰੈਕਟਰ ਹੈ ਇਹਦੇ ਵਿੱਚ ਵੀ ਇੱਦਾਂ ਜੋ ਦਿਵਿਆ ਦੱਤਾ ਨੇ ਪਲੇਅ ਕੀਤਾ ਹੈ ਨਾ, ਕਿ ਜਦੋਂ ਉਹਨਾਂ ਦੇ ਹਸਬੈਂਡ ਜਿਹੜੇ ਗੁਰਪ੍ਰੀਤ ਘੁੱਗੀ ਜੀ ਨੇ ਪਲੇਅ ਕੀਤਾ ਨਹੀਂ ਹੁੰਦੇ, ਫਿਰ ਉਹ ਕਿੱਦਾਂ ਆਪਣੇ 2 ਬੱਚਿਆਂ ਨੂੰ ਸਾਂਭਦੇ ਹੈ ਨਾ। ਤੁਸੀਂ ਆਪਣੀ ਮਦਰ ਨੂੰ ਇਸ ਕਰੈਕਟਰ ਦੇ ਨਾਲ ਰਿਲੇਟ ਕੀਤਾ ਕਾਫੀ? ਹਾਂਜੀ ਬਿਲਕੁਲ। ਮੈਂ ਪਹਿਲਾਂ ਜਿੱਦਾਂ ਕਿਹਾ ਕਿ ਮੈਨੂੰ ਲੱਗਦਾ ਕਿ ਹਰ ਕੋਈ ਕਰੂਗਾ, ਹੈ ਨਾ, ਕਿਉਂਕਿ ਮਾਵਾਂ ਸਾਰੀਆਂ ਆਲਮੋਸਟ ਇਮੋਸ਼ਨ ਉਹਨਾਂ ਦੇ ਸੇਮ ਹੀ ਹੁੰਦੇ ਆ, ਹੈ ਨਾ। ਆਪਾਂ ਜਿਵੇਂ ਹੁਣ ਜੱਸੀ ਹੁਣੀ ਆਏ ਆ, ਹੈ ਨਾ, ਜਿੰਨੇ ਆਪਣੇ ਦੋਸਤ ਵੀ, ਆਪਾਂ ਉਹਨਾਂ ਦੀ ਵੀ ਜਦੋਂ ਮੰਮੀ ਨੂੰ ਜਾ ਕੇ ਮਿਲਦੇ ਆ ਤਾਂ ਉਵੇਂ ਹੀ ਪਿਆਰ ਕਰਦੇ ਆ, ਉਵੇਂ ਹੀ ਨਿੱਘ ਜਿਹਾ ਆਉਂਦਾ, ਹੈ ਨਾ, ਸਾਰਿਆਂ ਨੂੰ। ਸੋ ਮੈਨੂੰ ਲੱਗਦਾ ਕਿ ਮੈਂ ਇਕੱਲਾ ਨਹੀਂ, ਸਾਰੇ ਜਣੇ ਇੱਦਾਂ ਰਿਲੇਟ ਕਰਨਗੇ। ਹਾਂਜੀ। ਅੱਛਾ, ਕੁੱਟ ਖਾਧੀ ਹੈ ਮੰਮਾ ਤੋਂ ਬਹੁਤ? ਮੰਮਾ ਤੋਂ ਹਾਂਜੀ, ਕਿਹਨੇ ਨਹੀਂ ਖਾਧੀ ਜੀ। ਆਪਣੇ ਤਾਂ ਕਹਿੰਦੇ ਮਾਂ ਪਿਓ ਦੀਆਂ ਗਾਲਾਂ, ਹੈ ਨਾ, ਦੁੱਧ ਘਿਓ ਦੀਆਂ ਨਾਲਾਂ, ਤੇ ਆਪਣੇ ਤਾਂ ਬਹੁਤ ਦੁੱਧ ਘਿਓ ਬਰਸੇ ਜੀ। ਅੱਛਾ ਆਯੁਸ਼ੀ, ਤੁਹਾਨੂੰ? बहुत। ਅੱਛਾ, दोनों से। मैंने तो पापा से भी बहुत मार खाई है, बहुत। ਪਰ ਇੰਨੀ ਪਿਆਰੀ ਬੱਚੀ ਨੂੰ ਕਿਉਂ? मैं बहुत शरारती थी, इतनी प्यारी थी ही नहीं जितनी अभी लग रही हूँ। आई वॉज वेरी नॉटी, बहुत ज़्यादा। ਨਲਾਇਕ ਹੁੰਦੇ ਜੀ। ਤੁਸੀਂ ਤਾਂ ਮੈਨੂੰ ਲੱਗਦਾ ਮੈਂ ਇੰਟੈਲੀਜੈਂਟ। ਤਾਂ ਇੰਟੈਲੀਜੈਂਟ ਸੀ, ਮੈਂ ਤਾਂ ਵੈਸੇ ਗੱਲ ਕਰ ਰਿਹਾ। ਇਹ ਤੁਹਾਡੇ ਵੱਲ ਤਾਂ ਨਹੀਂ ਕਿਤੇ ਕੀਤਾ? मैं बहुत इंटेलिजेंट हूँ। ਇਹ ਹੈਗੇ, ਸਾਨੂੰ ਪਤਾ, ਅਸੀਂ ਦੇਖਿਆ ਵੀ ਹੈ ਨਾ, ਇਹਨਾਂ ਨੇ ਸਭ ਕੁਝ ਸੈਟਿੰਗ ਵੀ ਕਰਾਈ ਹੋਈ ਹੈ ਇੱਥੇ, ਹੈ ਨਾ। ਅੱਛਾ, ਰਾਣਾ ਰਣਬੀਰ ਜੀ ਨੇ ਫਿਲਮ ਨੂੰ ਲਿਖਿਆ ਹੋਇਆ ਹੈ ਔਰ ਉਹਨਾਂ ਦੇ ਜੇ ਅਸੀਂ ਰਾਈਟਿੰਗ ਜੋ ਉਹ ਲਿਖਦੇ ਨੇ ਉਹ ਬਾ ਕਮਾਲ ਹੁੰਦਾ ਹੈ ਨਾ। ਅਸੀਂ ਕਈ ਵਾਰ ਨਹੀਂ ਉਹ ਇਮੋਸ਼ਨ ਛੋਟਾ ਛੋਟਾ ਸੋਚ ਸਕਦੇ ਜੋ ਆਪਣੀ ਕਹਾਣੀਆਂ ਵਿੱਚ ਭਰ ਦਿੰਦੇ ਨੇ। ਸੋ ਜਦੋਂ ਇਹ ਕਹਾਣੀ ਤੁਸੀਂ ਸੁਣੀ ਸੀ, ਉਦੋਂ ਉਹਨਾਂ ਦੀ ਇਹ ਪੂਰੀ ਕਹਾਣੀ ਨੂੰ ਸੁਣ ਕੇ ਕਿਹੜੇ ਇਮੋਸ਼ਨਸ ਬਾਹਰ ਨਿਕਲੇ ਸੀ ਜਾਂ ਰੋਏ ਸੀ, ਅੱਖਾਂ ਭਰੀਆਂ ਸੀ ਇਹ ਕਹਾਣੀ ਪੜ੍ਹ ਕੇ? ਜੀ ਪਹਿਲਾਂ ਤਾਂ ਰਾਣਾ ਭਾਜੀ ਬਾਰੇ ਮੈਂ ਕਹਿਣਾ ਚਾਹੂੰਗਾ ਕਿ ਮੈਂ ਗਿੱਪੀ ਵੀਰੇ ਦਾ ਤੇ ਰਾਣਾ ਭਾਜੀ ਦਾ ਜਿੰਨਾ ਵੀ ਥੈਂਕਸ ਕਰਾਂ ਥੋੜ੍ਹਾ, ਹੈ ਨਾ, ਕਿਉਂਕਿ ਗਿੱਪੀ ਵੀਰੇ ਨੇ ਹਮੇਸ਼ਾ ਮੇਰੇ 'ਚ ਬਿਲੀਵ ਕੀਤਾ, ਫੇਥ ਦਿਖਾਇਆ, ਹੈ ਨਾ। ਅਤੇ ਰਾਣਾ ਭਾਜੀ ਨਾਲ ਮੈਂ ਪੋਸਤੀ ਫਿਲਮ ਕੀਤੀ, ਆਪਾਂ ਉੱਥੇ ਮਿਲੇ ਸੀਗੇ ਤੁਸੀਂ, ਹੈ ਨਾ। ਅਤੇ ਮੈਂ ਉਦੋਂ ਵੀ ਕਿਹਾ ਸੀਗਾ ਕਿ ਮਤਲਬ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਮਿਲੀ ਮੈਨੂੰ ਉਸ ਫਿਲਮ ਤੋਂ, ਉਸ ਜੀਵੇ ਦੇ ਕਿਰਦਾਰ ਤੋਂ ਅਤੇ ਰਾਣਾ ਭਾਜੀ ਤੋਂ, ਹੈ ਨਾ। ਅਤੇ ਰਾਣਾ ਭਾਜੀ ਆਪਣੀ ਕਹਾਣੀਆਂ ਦੇ ਵਿੱਚ, ਆਪਣੇ ਕਿਰਦਾਰਾਂ ਦੇ ਉੱਤੇ ਬਹੁਤ ਕੰਮ ਕਰਦੇ ਡਿਟੇਲਿੰਗ ਦੇ ਵਿੱਚ। ਤੁਸੀਂ ਜਦੋਂ ਵੀ ਚਾਹੇ ਮਾਂ ਫਿਲਮ ਦੇਖੋਗੇ, ਪੋਸਤੀਆਂ ਪਹਿਲਾਂ ਉਹਨਾਂ ਦੀਆਂ ਲਿਖੀਆਂ ਹੋਈਆਂ, ਜਿਵੇਂ ਅਰਦਾਸ ਕਰਾਂ ਜਾਂ ਜਿਹੜੀਆਂ ਫਿਲਮਾਂ ਉਹਨਾਂ ਨੇ ਲਿਖੀਆਂ, ਇਕੱਲੇ ਇਕੱਲੇ ਕਿਰਦਾਰ ਨੂੰ ਉਹਦੇ ਮਾਇਨੇ ਹੁੰਦੇ ਆ ਫਿਲਮ ਦੇ ਵਿੱਚ। ਇੱਦਾਂ ਨਹੀਂ ਹੁੰਦਾ ਕਿ ਕੋਈ ਆਇਆ ਅਤੇ ਚਲਾ ਗਿਆ, ਹੈ ਨਾ। ਸੋ ਉੱਦਾਂ ਹੀ ਉਹਨਾਂ ਦੀ ਲਿਖੀ ਹੋਈ ਬਿਹਤਰੀਨ ਸਕ੍ਰਿਪਟ ਹੈ ਜੀ। ਜਦੋਂ ਮੈਂ ਸਕ੍ਰਿਪਟ ਪੜ੍ਹੀ ਸੀ ਤਾਂ ਮੈਂ ਪਹਿਲਾਂ ਵੀ ਦੱਸ ਕੇ ਹਟਾਂਗੇ, ਸਭ ਤੋਂ ਪਹਿਲਾ ਕੰਮ ਮੈਂ ਆਪਣੀ ਮੰਮੀ ਨੂੰ ਫੋਨ ਕੀਤਾ ਸੀਗਾ ਜੀ। ਹਾਂ, ਕਿਉਂਕਿ ਆਪਾਂ ਲਾਈਫ ਦੇ ਵਿੱਚ ਸਾਰੇ ਇੰਨੇ ਭੱਜ ਰਹੇ, ਇੰਨੇ ਬਿਜ਼ੀ ਆ ਕਿ ਕਈ ਵਾਰੀ ਆਪਾਂ ਹੋਰ ਕਿਸੇ ਦਾ ਚਾਹੇ ਫੋਨ ਚੱਕੀਏ ਨਾ ਚੱਕੀਏ, ਆਪਾਂ ਘਰਦਿਆਂ ਦਾ ਕਈ ਵਾਰ ਇਗਨੋਰ ਕਰ ਦਿੰਦੇ ਹਾਂ ਕਿ ਯਾਰ ਕੋਈ ਨਾ, ਮੰਮੀ ਦਾ ਆਉਂਦਾ, ਕਰ ਲੈਂਦੇ ਹਾਂ ਥੋੜ੍ਹੀ ਦੇਰ ਨੂੰ, ਦੱਸ ਦਾਂਗੇ, ਬਿਜ਼ੀ, ਪਤਾ ਹੀ ਹੋਣਾ ਕੀ ਪੁੱਛਣਾ ਨਾ, ਇਹ ਉਹ। ਤਾਂ ਉਹ ਕਰਨਾ ਬੰਦ ਕਰਤਾ ਜੀ ਸਭ ਤੋਂ ਪਹਿਲਾਂ ਤਾਂ। ਹੁਣ ਜਦੋਂ ਵੀ ਮੰਮੀ ਦਾ ਫੋਨ ਆਉਂਦਾ ਪਹਿਲਾਂ ਮੈਂ ਮਾਤਾ ਫੋਨ ਚੱਕਦਾ, ਬਾਕੀ ਦੇ ਕੰਮ ਬਾਅਦ 'ਚੋਂ। ਹਾਂਜੀ। ਅੱਛਾ ਬੱਬਲ, ਜਿਵੇਂ ਤੁਸੀਂ ਹੁਣੇ ਦੱਸਿਆ ਕਿ ਹੈ ਨਾ, ਪਹਿਲੇ ਇੱਦਾਂ ਹੁੰਦਾ ਸੀਗਾ ਕਿ ਸੋਚਦੇ ਸੀ ਘਰ ਦੇ ਸਮਝਦੇ ਸਾਡੀ ਗੱਲ ਨੂੰ, ਹੈ ਨਾ, ਅਤੇ ਅਸੀਂ ਥੋੜ੍ਹਾ ਇਗਨੋਰ ਕਰ ਦਿੰਦੇ ਹੁੰਦੇ ਸੀ। ਪਰ ਜਦੋਂ ਇਹ ਤੁਸੀਂ ਸਕ੍ਰਿਪਟ ਪੜ੍ਹੀ ਜਾਂ ਉੱਦਾਂ ਇਸ ਫਿਲਮ ਨੂੰ ਕਰਨ ਤੋਂ ਬਾਅਦ, ਕਿਉਂਕਿ 2 ਸਾਲ ਦਾ ਗੈਪ ਵੀ ਪੈ ਗਿਆ ਕੋਵਿਡ ਕਰਕੇ, ਉਦੋਂ ਇਹ ਚੀਜ਼ਾਂ ਸੋਚਦੇ ਸੀਗੇ ਕਿ ਯਾਰ ਕਈ ਵਾਰ ਇੱਦਾਂ ਹੁੰਦਾ ਹੈ ਕਿ ਘਰ ਦੇ ਕਈ ਵਾਰ ਹਰਟ ਵੀ ਹੋ ਜਾਂਦੇ ਹੈ ਨਾ, ਕੁਝ ਜ਼ਰੂਰੀ ਗੱਲ ਕਰਨੀ ਹੁੰਦੀ, ਇੱਕ ਉਹਨਾਂ ਦੇ ਇਮੋਸ਼ਨ ਹੁੰਦੇ ਆ, ਉਹਨਾਂ ਨੇ ਫਟਾਫਟ ਜਿਹੜਾ ਹੈ ਜ਼ਾਹਿਰ ਕਰਨੇ ਹੁੰਦੇ, ਬਟ ਉਹ ਰਹਿ ਜਾਂਦੇ ਉੱਥੇ ਹੀ। ਸੋ ਇਹ ਚੀਜ਼ਾਂ ਕਦੀ ਫੀਲ ਕੀਤੀਆਂ? ਹਾਂਜੀ, ਮਤਲਬ ਕਿ
ਫਿਲਮ ਕਰਦੇ ਹੋਏ ਜਾਂ ਸਕ੍ਰਿਪਟ ਪੜ੍ਹਨ ਤੋਂ ਬਾਅਦ ਹੈ ਨਾ, ਵੈਸੇ ਵੀ ਆਪਾਂ ਚਲੋ ਸੋਚਦੇ ਤਾਂ ਰਹਿੰਦੇ ਹਾਂ, ਪਰ ਉਸ ਤੋਂ ਬਾਅਦ ਜ਼ਿਆਦਾ ਰਿਅਲਾਈਜ਼ ਹੋਇਆ ਹੈ ਨਾ ਕਿ ਆਪਾਂ ਇਦਾਂ ਕਰਦੇ ਹਾਂ। ਅਤੇ ਉਹਦਾ ਫਿਰ ਮੈਂ ਕਾਰਨ ਵੀ ਸੋਚ ਰਿਹਾ ਸੀਗਾ, ਮੈਂ ਬਹੁਤ ਓਵਰਥਿੰਕ ਕਰਦਾ ਹੈ ਨਾ ਚੀਜ਼ਾਂ ਨੂੰ ਲੈ ਕੇ। ਤਾਂ ਮੈਂ ਸੋਚ ਰਿਹਾ ਸੀਗਾ ਕਿ ਮਾਂ ਦਾ ਜਿਹੜਾ ਰਿਸ਼ਤਾ ਹੁੰਦਾ ਹੈ ਨਾ, ਮਤਲਬ ਬੱਚੇ ਲਈ ਮਾਂ ਤੋਂ ਵੱਧ ਕੇ ਰਿਸ਼ਤਾ ਨੇੜੇ ਕੋਈ ਨਹੀਂ ਹੁੰਦਾ ਹੈਗਾ ਨਾ, ਇਸ ਲਈ ਉਹ ਆਪਣਾ ਹੱਕ, ਗੁੱਸਾ, ਪਿਆਰ ਜ਼ਿਆਦਾ ਮਾਂ 'ਤੇ ਜਤਾਉਂਦਾ। ਤਾਂ ਆਪਾਂ ਮਾਂ ਦੇ ਉੱਪਰ ਚਿੜਦੇ ਵੀ ਜ਼ਿਆਦਾ ਹੈ ਨਾ, ਹੱਕ ਦੇ ਨਾਲ ਕਿ ਨਹੀਂ ਹੈ ਨਾ। ਜਿਵੇਂ ਮੈਂ ਖਿਝ ਜਾਂਦਾ ਹੁੰਦਾ ਸੀ ਜਦੋਂ ਮੰਮੀ ਨੇ ਕੁਝ ਸਮਝਾਉਣਾ ਆ ਹੈ ਨਾ, ਕੁਛ ਕਰਨਾ ਕਿ ਤੁਸੀਂ ਆਹ ਨਹੀਂ ਕਰਦੇ, ਉਹ ਨਹੀਂ ਕਰਦੇ ਹੈ ਨਾ, ਵੀ ਤੁਹਾਨੂੰ ਨਹੀਂ ਪਤਾ, ਮੈਂ ਕਰ ਲੂੰਗਾ, ਇਹ ਆ ਤੁਸੀਂ ਆਹੀ ਕਰਦੇ ਰਹਿੰਦੇ ਹੋ, ਇਹ ਆ। ਤਾਂ ਚਿੜਚਿੜਾ ਹੋ ਕੇ ਜਿਵੇਂ ਆਪਾਂ ਬੋਲਦੇ ਹਾਂ ਮਾਂ ਨਾਲ, ਸਾਰੇ ਹੀ ਮੈਨੂੰ ਪਤਾ ਹੈ ਨਾ। ਅਤੇ ਪਰ ਫਿਰ ਇੱਕ ਵਾਰੀ ਮੈਂ ਆਪਣੀ ਮੰਮੀ ਨੂੰ ਆਪਣੀ ਨਾਨੀ ਨਾਲ ਗੱਲ ਕਰਦੇ ਦੇਖਿਆ, ਉਹ ਵੀ ਐਂ ਕਰਦੀ ਸੀ, ਬੀਬੀ ਹਾਂ ਬੀਬੀ ਤੁਹਾਨੂੰ ਇੱਦਾਂ ਹੁੰਦਾ। ਫਿਰ ਮੈਂ ਦੇਖਿਆ, ਮੈਂ ਕਿਹਾ ਵੀ ਨਹੀਂ, ਇਹ ਰਿਸ਼ਤਾ ਹੀ ਇੱਦਾਂ ਦਾ ਵਾ ਕਿ ਇਹ ਤੋਂ ਜ਼ਿਆਦਾ ਹੋਰ ਹੱਕ ਹੀ ਕਿਤੇ ਨਹੀਂ ਗਾ। ਪਤਾ ਹੈ ਕਿ ਹਾਂ ਕਿ ਤੁਸੀਂ ਕੁਛ ਵੀ ਕਹਿ ਲਓ, ਕੁਛ ਵੀ ਕਰ ਲਓ, ਕਿ ਮਾਂ ਨੇ ਤਾਂ ਤੁਹਾਨੂੰ ਕਦੇ ਛੱਡ ਕੇ ਨਹੀਂ ਜਾ ਸਕਦੇ ਨਾ। ਇੱਕ ਮੁਨੱਵਰ ਰਾਣਾ ਜੀ ਦਾ ਸ਼ੇਰ ਆ, ਕਹਿੰਦਾ ਆਂਖੋਂ ਸੇ ਚਲਤੀ ਫਿਰਤੀ ਅਜ਼ਾਂ ਦੇਖੀ ਹੈ ਮੈਨੇ, ਜੰਨਤ ਤੋਂ ਨਹੀਂ ਦੇਖੀ ਹੈ ਮੈਨੇ, ਮਾਂ ਦੇਖੀ ਹੈ। ਸੋ ਜੀ ਅੱਛਾ, ਕਹਿੰਦੇ ਆ ਆਯੁਸ਼ੀ ਕਿ ਕੁੜੀਆਂ ਜਿਹੜੀਆਂ ਮਦਰ ਨਾਲ, ਮੁੰਡਿਆਂ ਦਾ ਜ਼ਿਆਦਾ ਅਟੈਚਮੈਂਟ ਹੁੰਦੀ ਹੈ ਔਰ ਕੁੜੀਆਂ ਦੀ ਜਿਹੜੀ ਹੈ ਉਹ ਜ਼ਿਆਦਾ ਆਪਣੇ ਫਾਦਰ ਸਾਹਿਬ ਨਾਲ ਹੁੰਦੀ ਹੈ। ਬਟ ਤੁਹਾਡੇ ਕੇਸ 'ਚ ਕਿੱਦਾਂ ਦਾ ਸੀਗਾ ਕਿ ਮਦਰ ਨਾਲ ਜ਼ਿਆਦਾ ਅਟੈਚਮੈਂਟ ਸੀ ਜਾਂ ਫਾਦਰ ਨਾਲ? नहीं, डेफिनेटली फादर के साथ ही। और मैं, मेरी बहन है, मतलब मेरा भाई नहीं है, छोटी बहन है, बट मैं पहला बच्चा थी घर का। और लड़कियों डैड के साथ में बहुत बहुत ज़्यादा था विद माय फादर। बट ऐसा नहीं था, मतलब प्यार में दोनों को इक्वली करती हूँ, लेकिन डैड के साथ में एक अलग कनेक्शन था। बट अब मुझे लगता है कि मतलब तब जब पापा थे और कुछ इनके आपस में लड़ाई होती थी, मैं पापा को अगर सपोर्ट करती थी तो मम्मी कहती थी कि हाँ अपने बाप को ही करेगी ना, कि मुझे नहीं करेगी सपोर्ट, उन्हीं को करेगी। बट नाउ आई फील कि मतलब अब मेरे मम्मी पापा दोनों मम्मी ही हैं। तो मैं एक दो दिन पहले अपने किसी फ्रेंड से बात कर रही थी, तो मैं उनको कह रही थी कि मतलब मेरी बहुत लड़ाई होती है मम्मा से, मैं मतलब बहुत खिंच जाती हूँ, बट मैं ज़्यादा स्ट्रेच नहीं कर सकती लड़ाई। अगर फ़ोन लड़के फ़ोन रख दिया है तो इन लाइक 5-10 मिनट्स अगर मम्मा फ़ोन करें या मैं फ़ोन करूँ, हम नॉर्मली बात कर लेते हैं जैसे कुछ हुआ ही नहीं था। बट या मम्मी से भी उतना ही है कि मतलब मुझे लगता है कि माँ के अलावा अब कोई है नहीं मेरा। ਅੱਛਾ ਬੱਬਲ, ਇਸ ਕਰੈਕਟਰ ਲਈ, ਕਿਉਂਕਿ ਤੁਸੀਂ ਐਥਲੀਟ ਦਾ ਕਰੈਕਟਰ ਜਿਹੜਾ ਪਲੇ ਕੀਤਾ ਇਹਦੇ ਵਿੱਚ ਹੈ ਨਾ, ਖਾਸੀ ਮਿਹਨਤ, ਮੈਂ ਕਿਉਂਕਿ ਵੈਸੇ ਵੀ ਤੁਹਾਡੀ ਪਹਿਲੇ ਫਿਟਨੈਸ ਵਾਲੀ ਫੋਟੋਜ਼ ਵੀ ਬੜੀਆਂ ਦੇਖੀਆਂ ਹੋਈਆਂ, ਅੱਜ ਤੋਂ 4-5 ਸਾਲ ਪਹਿਲੇ ਵੀ ਆ, ਤੁਸੀਂ ਸਟਾਰਟਿੰਗ ਤੋਂ ਹੋ ਨਾ ਬੜੇ ਫਿਟਨੈਸ ਫਰੀਕ ਹੋ। ਸੋ ਕਦੀ ਜਦੋਂ ਇਹਦੇ ਵਿੱਚ ਗੈਪ ਆ ਗਿਆ, ਕਿਉਂਕਿ ਕੁਝ ਸਕੇਜੂਲ ਰਿਹਾ ਸੀਗਾ ਪਲੇ ਕਰਨ ਦਾ ਤੁਹਾਡਾ, ਸੋ ਉਹ ਦੁਬਾਰਾ ਉਹਦਾ ਰਿਵਾਈਵ ਕਰਨਾ ਔਖਾ ਲੱਗਿਆ? ਬਹੁਤ ਤੰਗ ਹੋਏ ਹਾਂਜੀ, ਕਿਉਂਕਿ ਜਦੋਂ ਆਪਾਂ ਪੋਸਤੀ ਦੇ ਸੈੱਟ 'ਤੇ ਮਿਲੇ ਸੀਗੇ ਤਾਂ ਉਦੋਂ ਮੈਂ ਥੋੜ੍ਹਾ ਵੇਟ ਗੇਨ ਕੀਤਾ ਸੀਗਾ, ਕਿਉਂਕਿ ਉਹ 'ਚ ਪੱਗ ਬੰਨਣੀ ਹੁੰਦੀ ਸੀ ਨਾ। ਫਿਰ ਮਾਂ ਫਿਲਮ ਜਦੋਂ ਮੈਨੂੰ ਮਿਲੀ ਤਾਂ ਉਹਦੇ ਵਿੱਚ ਐਥਲੀਟ ਦਾ ਕਰੈਕਟਰ ਸੀਗਾ, ਰਿਕੁਆਇਰਮੈਂਟ ਸੀਗੀ ਕਿ ਤੁਸੀਂ ਫਿਜ਼ੀਕਲੀ ਬਹੁਤ ਫਿੱਟ ਚਾਹੀਦੇ ਹੋ, ਕਿਉਂਕਿ ਐਥਲੀਟ ਜਿਹੜੇ ਹੁੰਦੇ ਉਹ ਬਲਕੀ ਨਹੀਂ ਹੁੰਦੇ, ਲੀਨ ਹੁੰਦੇ ਆ, ਲੱਤਾਂ ਸਾਰਾ ਪਤਲਾ ਕਾਫ, ਹਾਂ ਸਾਰਾ। ਅਤੇ ਉਹਦੇ ਲਈ ਕਾਫੀ ਮਿਹਨਤ ਕੀਤੀ ਉਦੋਂ। ਅਤੇ ਉਦੋਂ ਸ਼ੂਟ ਲੋਕਡਾਊਨ ਲੱਗ ਗਿਆ, ਅਤੇ ਜਿਹੜਾ 10 ਕੁ ਦਿਨ ਦਾ ਰਹਿ ਗਿਆ ਸੀਗਾ ਉਹ 2 ਸਾਲ ਬਾਅਦ ਫਿਰ ਉਸੀ ਬੋਡੀ ਸ਼ੇਪ 'ਤੇ ਜਾਣਾ ਪਿਆ। ਹਾਂਜੀ, ਸੇਮ ਵੇਟ ਉਦੋਂ ਮੇਰਾ ਸੀਗਾ 70 ਕੁ ਕਿਲੋ ਦਾ ਸੀਗਾ ਮੈਂ, ਅਤੇ ਵਾਪਸ ਉਹਦੇ 'ਤੇ ਆਉਣਾ ਪਿਆ। ਪਰ ਉਹ ਸਾਡਾ ਫਰਜ਼ ਬਣਦਾ ਹੀ, ਸਾਡਾ ਕੰਮ ਆ ਤਾਂ ਕਰਨਾ ਹੀ ਸੀਗਾ। ਅਤੇ ਹੋਪਫੁਲੀ ਹੁਣ ਸਾਰੇ ਟ੍ਰੇਲਰ ਨੂੰ ਪਸੰਦ ਕਰ ਰਹੇ ਆ ਅਤੇ ਅੱਗੇ ਫਿਲਮ ਨੂੰ ਵੀ ਪਿਆਰ ਦੇਣ, ਤਾਂ ਉਹ ਮਿਹਨਤ ਸਫਲ ਹੋ ਜੂਗੀ ਜੀ। ਅੱਛਾ, ਤੁਸੀਂ ਵੀ ਐਥਲੀਟ ਦਾ ਕਰੈਕਟਰ ਪਲੇ ਕੀਤਾ ਤਾਂ ਖਾਸੀ ਮਿਹਨਤ ਕਰਨੀ ਪਈ ਫਿਰ? एक्चुअली मेरा मतलब जितना उनका ਇਹ ਤਾਂ ਸਾਰੀਆਂ ਰੇਸਾਂ ਹੀ ਇਹਨਾਂ ਨੇ ਭੱਜੀਆਂ ਦੇਖੇ। ਅੱਛਾ, नहीं, मतलब उनका विजुअली ज़्यादा देखने के लिए था, इसलिए उनको ज़्यादा मेहनत करनी पड़ी, लाइक यू नो एब्स एंड एवरीथिंग। मैं एथलीट हूँ बट उतना भाग नहीं रही हूँ, सो आई एम लाइक ओके। लेकिन यस, वो जो गैप आया था उसमें मतलब पूरी सबकी लाइफ चेंज हो गई 2 सालों में। योर रूटीन, योर बॉडी, योर यू नो यू ग्रो अ लिटिल बिट ओल्डर इन 2 years। हालांकि मैं सेम लग रही हूँ, आई हैवंट ग्रोन, लेकिन मुझे कॉन्शियसनेस थी कि मतलब ऐसा ना हो कि दोनों में थोड़ा डिफरेंस लगे, बट इट वर्कड आउट। ਨਹੀਂ, ਓਵਰਆਲ ਸਾਰਿਆਂ ਨੂੰ ਹੀ, ਮਤਲਬ ਸਾਰੀ ਟੀਮ ਨੂੰ ਕਾਫੀ ਪ੍ਰੋਬਲਮਸ ਆਈਆਂ, ਕਿਉਂਕਿ ਪਤਾ ਹੀ ਨਹੀਂ ਸੀਗਾ ਨਾ ਕਿ ਇੱਦਾਂ ਲੋਕਡਾਊਨ ਲੱਗ ਜੂਗਾ। ਅਤੇ ਜਿਸ ਦਿਨ ਮਤਲਬ ਸ਼ੂਟ ਬੰਦ ਹੋਇਆ ਸੀਗਾ ਤਾਂ ਕਹਿੰਦੇ ਯਾਰ ਕੋਈ ਮਤਲਬ ਇੱਦਾਂ ਸਾਨੂੰ ਦੱਸਿਆ ਗਿਆ ਸੀਗਾ ਕਿ ਯਾਰ ਕੋਈ ਵਾਇਰਸ ਆ ਗਿਆ। ਤਾਂ ਸਾਰਿਆਂ ਨੂੰ ਪਤਾ ਸੀਗਾ ਕਿ 2-3 ਦਿਨ ਹੁਣ ਸ਼ੂਟਿੰਗ ਰੁਕ ਕੇ ਵੀ ਆਪਾਂ ਆਏ ਨਹੀਂ ਸੀ ਪਤਾ ਵੀ ਇਹ 2-3 ਦਿਨਾਂ ਦੇ 2 ਸਾਲ ਬਣ ਜਾਣੇ ਹੈ ਨਾ। ਤਾਂ ਸਾਰਿਆਂ ਲਈ ਬਹੁਤ ਔਖਾ ਸੀਗਾ ਕੰਟੀਨਿਊਟੀ ਨੂੰ ਮੈਨੇਜ ਕਰਨਾ, ਕਾਸਟਿਊਮ ਟੀਮ ਲਈ ਹੈ ਨਾ, ਏਡੀਜ਼ ਦੇ ਲਈ ਸਾਰਾ ਕੁਛ
ਔਖਾ ਸੀਗਾ ਹਾਂਜੀ। ਪਰ ਉਹੀ ਹੈ ਕਿ ਜੇ ਫਿਲਮ ਦੇਖ ਕੇ ਲੋਕਾਂ ਨੂੰ ਫਿਲਮ ਪਸੰਦ ਆ ਗਈ ਤਾਂ ਉਹ ਸਾਰਾ ਕੁਝ ਹੀ ਭੁੱਲ ਜਾਣਗੇ। ਬਿਲਕੁਲ। ਔਰ ਗਿੱਪੀ ਗਰੇਵਾਲ ਨੇ ਇਸ ਫਿਲਮ ਦੇ ਵਿੱਚ ਤੁਹਾਡਾ ਵੱਡੇ ਭਰਾ ਦਾ ਕਰੈਕਟਰ ਪਲੇ ਕੀਤਾ ਹੈ ਨਾ, ਜੋਰਾ ਹੈ ਨਾ ਇਹ ਕਰੈਕਟਰ। ਸੋ ਉਹ ਡਾਇਲੌਗ ਵੀ ਬੜਾ ਪਿਆਰਾ ਹੈ ਜੋ ਟ੍ਰੇਲਰ 'ਚ ਅਸੀਂ ਸੁਣਿਆ ਹੈ ਨਾ। ਸੋ ਇਹ ਕਿਉਂਕਿ ਅੱਛਾ ਇੱਕ ਬੌਂਡ ਹੈ ਆਫ ਦੀ ਕੈਮਰਾ, ਮਤਲਬ ਅਸੀਂ ਗੱਲ ਕਰੀਏ ਰੀਅਲ ਲਾਈਫ ਦੇ ਵਿੱਚ ਵੀ ਤੁਹਾਡਾ, ਸੋ ਇਹਦੇ ਵਿੱਚ ਵੀ ਉੱਦਾਂ ਦਾ ਬੌਂਡ ਸ਼ੇਅਰ ਕੀਤਾ? ਹਾਂਜੀ ਬਿਲਕੁਲ, ਮਤਲਬ ਦੇਖ ਕੇ ਮਜ਼ਾ ਆਊਗਾ ਦੋਨਾਂ ਦੀ ਭਰਾਵਾਂ ਦੀ ਜਿਹੜੀ ਕੈਮਿਸਟਰੀ ਹੈਗੀ ਹੈ, ਜ਼ੋਰੇ ਦੀ ਤੇ ਤਕਦੀਰ ਦੀ। ਤੇ ਜਦੋਂ ਤੁਸੀਂ ਕਿਹਾ ਕਿ ਆਫ ਸਕਰੀਨ ਵੀ ਰੀਅਲ ਲਾਈਫ 'ਚ ਵੀ ਵੀਰਾ ਵੱਡੇ ਭਰਾਵਾਂ ਵਾਂਗੂ ਹੀ ਆ ਮੈਨੂੰ, ਹੈ ਨਾ, ਤੇ ਉਹ ਹਮੇਸ਼ਾ ਛੋਟੇ ਭਰਾਵਾਂ ਵਾਂਗੂ ਮੈਨੂੰ ਟਰੀਟ ਕਰਦੇ ਆ। ਸੋ ਬੜਾ ਵਧੀਆ ਲੱਗਿਆ ਜੀ ਕਰਕੇ, ਤੇ ਉਹੀ ਉਮੀਦ ਹੈ ਕਿ ਲੋਕਾਂ ਨੂੰ ਵੀ ਵਧੀਆ ਲੱਗੂਗਾ। ਬਟ ਬਹੁਤ ਵਧੀਆ ਲੱਗਿਆ ਬੱਬਲ ਐਂਡ ਆਰੁਸ਼ੀ, ਸਾਡੇ ਨਾਲ ਗੱਲਬਾਤ ਤੁਸੀਂ ਕੀਤੀ ਹੈ, ਸਾਨੂੰ ਬਹੁਤ ਮਜ਼ਾ ਆਇਆ। 6 ਮਈ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਕੁਝ ਕਹਿਣਾ ਚਾਹੋਗੇ? ਨਹੀਂ, ਅਸੀਂ ਮੈਂ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਪਹਿਲਾਂ ਤਾਂ ਟ੍ਰੇਲਰ ਆ ਗਿਆ ਅੱਜ ਫਿਲਮ ਦਾ, ਜੇ ਤੁਸੀਂ ਹਾਲੇ ਤੱਕ ਨਹੀਂ ਦੇਖਿਆ ਤਾਂ ਟ੍ਰੇਲਰ ਜ਼ਰੂਰ ਦੇਖੋ, ਤੇ ਸਾਨੂੰ ਉਮੀਦ ਆ ਤੁਹਾਨੂੰ ਵਧੀਆ ਲੱਗੂਗਾ, ਤੇ ਉਹਨੂੰ ਸ਼ੇਅਰ ਜ਼ਰੂਰ ਕਰਿਓ। ਤੇ ਟ੍ਰੇਲਰ ਦੇਖਣ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕੁਝ ਹੋਰ ਕਹਿਣ ਦੀ ਜ਼ਰੂਰਤ ਆ, ਹੈ ਨਾ। ਤੁਸੀਂ ਫਿਲਮ ਦੇਖਣ ਜਾਓਗੇ ਜ਼ਰੂਰ, ਤੇ ਆਪਣੇ ਫੈਮਿਲੀ ਨੂੰ ਜ਼ਰੂਰ ਫਿਲਮ ਦਿਖਾਇਓ, ਤੇ ਸਾਰੇ ਪਰਿਵਾਰ ਦੇ ਦੇਖਣ ਵਾਲੀ ਫਿਲਮ ਆ, ਤੇ ਸਾਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਸਾਡੀ ਮਿਹਨਤ ਆ ਜਿਹੜੀ ਟੀਮ ਦੀ ਜਿਹੜੀ ਕੋਸ਼ਿਸ਼ ਆ ਉਹ ਪਸੰਦ ਆਊਗੀ। ਹਾਂਜੀ ਜੀ ਜੀ, ਤੁਸੀਂ ਕੀ ਕਹੋਗੇ ਆਰੁਸ਼ੀ? द सेम थिंग कि ट्रेलर देखिएगा क्योंकि बहुत इम्पैक्टफुल है। आई एम श्योर कि आप ट्रेलर देखोगे तो आप ज़रूर खुद से अपनी फैमिली और हर किसी को साथ में ले जाना चाहोगे मूवी देखने के लिए। एंड हमें डू लेट अस नो कि आप व्हाट इज़ योर फीडबैक अबाउट द ट्रेलर एंड थैंक यू। ਥੈਂਕ ਯੂ ਸੋ ਮਚ। ਸੋ ਫਿਲਮ ਜਿਹੜੀ ਮਾਂ ਹੈ ਉਹ 6 ਮਈ ਰਿਲੀਜ਼ ਹੋਣ ਜਾ ਰਹੀ ਹੈ, ਤੁਸੀਂ ਜ਼ਰੂਰ ਆਪਣੀ ਫੈਮਿਲੀ ਨਾਲ ਜਾਇਓ ਔਰ ਆਪਣੀ ਮਾਂ ਨੂੰ ਜ਼ਰੂਰ ਲੈ ਕੇ ਜਾਇਓ, ਕਿਉਂਕਿ ਫਿਲਮ ਜਿਹੜੀ ਹੈ ਮਾਂ 'ਤੇ ਹੈ ਔਰ ਰਿਸ਼ਤਿਆਂ ਦੇ ਪਿਆਰ 'ਤੇ ਹੈ। ਸੋ ਅਗਲੀ ਵਾਰ ਮਿਲਦੇ ਹਾਂ, ਤਦ ਤੱਕ ਮੈਨੂੰ ਯਾਨੀ ਕਿ ਨੇਹਾ ਮਨਹਾਸ ਹੁੰਦਾ ਹੋਏ ਇਜਾਜ਼ਤ। ਸਤਿ ਸ਼੍ਰੀ ਅਕਾਲ।